ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज मैं ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 8 ਸਤੰਬਰ 2025 24 ਭਾਦੋ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਫਨ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ ਤਾਂ ਤੁਸੀਂ ਟੀਵੀ 84 ਨੂੰ ਵੱਧ ਤੋਂ ਵੱਧ ਸ਼ੇਅਰ ਕਰ ਸਕਦੇ ਹੋ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜਰਾਂ ਵੱਲੋਂ ਤੇ ਉਹਨਾਂ ਦੀ ਫੈਮਿਲੀ ਵੱਲੋਂ। ਸੋ ਇਹ ਸਾਡੇ ਪੱਕੇ ਸਪੋਰਟਰ ਨੇ। ਉਹ ਟੀਵੀ 84 ਦੀ ਹਮੇਸ਼ਾ ਹੀ ਚੜ੍ਹਦੀ ਕਲਾ ਚਾਹੁੰਦੇ ਨੇ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਵਿੰਦਰ ਸਿੰਘ ਐਂਡ ਫੈਮਿਲੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ 6 ਸਤੰਬਰ ਨੂੰ ਮਨੁੱਖੀ ਹੱਕਾਂ ਦੇ ਪਹਿਰੇਦਾਰ ਸ਼ਹੀਦ ਜਸਵੰਤ ਸਿੰਘ ਖਾਲੜਾ ਦਾ 30ਵਾਂ ਸ਼ਹੀਦੀ ਦਿਨ ਸੀ ਜਿਸ ਨੂੰ ਦੁਨੀਆ ਭਰ ਵਿੱਚ ਸਿੱਖ ਕੌਮ ਵੱਲੋਂ ਵਿਚਾਰ ਚਰਚਾਵਾਂ ਰੈਲੀਆਂ ਅਤੇ ਸ਼ਹੀਦੀ ਸਮਾਗਮਾਂ ਰਾਹੀਂ ਜਿਹੜਾ ਯਾਦ ਕੀਤਾ ਗਿਆ। ਸੋ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਵਿੱਚ ਇੱਕ ਵਿਸ਼ੇਸ਼ ਰੈਲੀ ਹੋਈ ਔਰ ਆਰਟਿਸਟ ਬੈਥਨੀ ਵੱਲੋਂ ਸ਼ਹੀਦ ਖਾਲੜਾ ਦਾ ਜਿਹੜਾ ਕੰਧ ਚਿੱਤਰ ਯਾਨੀ ਕਿ ਮਿਊਰਲ ਇੱਕ ਵਿਸ਼ੇਸ਼ ਜਿਹੜਾ ਖਿੱਚ ਦਾ ਕੇਂਦਰ ਰਿਹਾ। ਸੋ ਸੈਨੇਟਰ ਸਟੈਫ ਹਰਗਨਸ ਨੇ ਵੀ ਇਸ ਵਿੱਚ ਸ਼ਮੂਲੀਅਤ ਕੀਤੀ। ਸੋ ਵਿਊਅਰਸ ਹਕੀਕਤ ਇਹ ਹੈ ਕਿ ਅੱਜ ਵੀ ਜਿਹੜੀ ਭਾਰਤੀ ਸਟੇਟ ਵੱਲੋਂ ਸਿੱਖ ਨਸਲਕੁਸ਼ੀ ਬੜੇ ਵਿਉਂਤਮੰਦ ਤਰੀਕੇ ਨਾਲ ਜਿਹੜੀ ਉਹ ਕੀਤੀ ਜਾ ਰਹੀ ਹੈ ਔਰ ਜਿਸ ਦਾ ਖੁਲਾਸਾ 30 ਵਰ੍ਹੇ ਪਹਿਲਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਹੋਰਾਂ ਨੇ ਕੀਤਾ ਸੀ। ਸੋ ਆਪਾਂ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਸੋ ਡਾਕਟਰ ਸਾਹਿਬ ਕੋਲੋਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਡਾਲਸ ਟੈਕਸਸ ਤੋਂ ਵੀਰ ਗੋਵਿੰਦਰ ਸਿੰਘ ਤੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਵੀਰ ਸਾਡੇ ਲਈ ਬਹੁਤ ਵੱਡੇ ਪ੍ਰੇਰਨਾ ਸਰੋਤ ਵੀ ਨੇ ਔਰ ਇੱਕ ਡਾਲਸ ਏਰੀਆ ਦੇ ਵਿੱਚ ਟੀਵੀ 84 ਦੇ ਖੈਰ ਖਾਹ ਔਰ ਇੱਕ ਪਿਲਰ ਨੇ। ਸੰਬੰਧ ਲਗਭਗ 30-35 ਵਰ੍ਹੇ ਪਹਿਲਾਂ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਪੀਰੀਅਡ ਦਾ ਹੀ ਜੁੜਿਆ ਹੋਇਆ ਹੈ ਔਰ ਡਾਕਟਰ ਸਾਹਿਬ ਦੇ ਤੁਰ ਜਾਣ ਤੋਂ ਬਾਅਦ ਹੋਰ ਵੀ ਮਜ਼ਬੂਤੀ ਨਾਲ ਵੋਕਲੀ ਔਰ ਪ੍ਰੈਕਟੀਕਲੀ ਉਹ ਟੀਵੀ 84 ਦੀ ਸੇਵਾ ਕਰਦੇ ਨੇ। ਉਹਨਾਂ ਵੱਲੋਂ ਇੱਕ ਸਪਾਂਸਰਸ਼ਿਪ ਪੱਕੇ ਤੌਰ ਤੇ ਮਹੀਨੇ ਦੀ ਲਈ ਹੋਈ ਹੈ। ਅਸੀਂ ਉਹਨਾਂ ਦਾ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਅਸੀਂ ਬਾਕੀ ਆਪਣੇ ਵਿਊਅਰਸ ਨੂੰ ਵੀ ਅਪੀਲ ਕਰਦੇ ਕਿ ਇਸ ਵੇਲੇ ਇੱਕ ਫਾਈਨੈਂਸ਼ੀਅਲ ਕਰੰਚ 'ਚੋਂ ਅਸੀਂ ਗੁਜ਼ਰ ਰਹੇ ਔਰ ਇਹ ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਉਹ ਜੇ ਇਸ ਟੀਵੀ ਚੈਨਲ ਦੀ ਯੂਜ਼ਫੁਲਨੈਸ ਜਾਂ ਫਾਇਦੇਮੰਦਤਾ ਕੌਮੀ ਪੱਖ ਤੋਂ ਉਹ ਮਹਿਸੂਸ ਕਰਦੇ ਨੇ ਕਿ ਭਾਈ ਖਾਲਿਸਤਾਨ ਦਾ ਨੈਰੇਟਿਵ ਸਿਰਜਣ ਵਿੱਚ ਇਹਨਾਂ 13 ਸਾਲਾਂ 'ਚ ਇੱਕ ਉਸ ਨੈਰੇਟਿਵ ਨੂੰ ਅੱਗੇ ਤੋਰਨ 'ਚ ਜਿਹਦੇ ਅੱਜ ਜਦੋਂ ਅਸੀਂ ਭਾਈ ਹਰਦੀਪ ਸਿੰਘ ਨਿੱਜਰ ਜਾਂ ਭਾਈ ਅਵਤਾਰ ਸਿੰਘ ਖੰਡਾ ਜਾਂ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ 2 ਵਰ੍ਹੇ ਪਹਿਲਾਂ ਤੋਂ ਬਾਅਦ ਦੁਨੀਆ ਦੇ ਵਿੱਚ ਇੱਕ ਪੋਜ਼ਿਟਿਵ
ਜਿਹੜੀ ਲਾਈਨ ਸਿੱਖ ਕੌਮ ਦੇ ਕਾਜ਼ ਪ੍ਰਤੀ ਵੀ ਔਰ ਖਾਲਿਸਤਾਨ ਰੈਫਰੈਂਡਮ ਰਾਹੀਂ ਸਿੱਖ ਕੌਮ ਦੀ ਡਾਇਸਪੋਰਾ ਕਮਿਊਨਿਟੀ ਦੀ ਵਿਲ ਵੀ ਦੁਨੀਆ ਦੇ ਸਾਹਮਣੇ ਜਦੋਂ ਅਸੀਂ ਦੇਖਦੇ ਹਾਂ ਤਾਂ ਫਿਰ ਇਸ ਵੇਲੇ ਇਹ ਬਹੁਤ ਜ਼ਰੂਰੀ ਹੈ ਕਿ ਇਸ ਓਪਰਚੁਨਿਟੀ ਨੂੰ, ਜਿਹੜੀ ਓਪਰਚੁਨਿਟੀ ਸਾਡੀ ਔਨ ਦਾ ਵੇ ਹੈ ਪੰਜਾਬ ਦੇ ਵਿੱਚ ਵੀ, ਜਿਸ ਅੰਦਾਜ਼ 'ਚ ਪਾਣੀ ਨੂੰ ਐਜ਼ ਏ ਵੈਪਨ, ਵਾਟਰ ਬੰਬ ਲਫ਼ਜ਼ ਜਿਹੜਾ ਉਹਨਾਂ ਦੇ ਲੈਫਟੀਨੈਂਟ ਜਨਰਲ ਨੇ ਇਸਤੇਮਾਲ ਕੀਤਾ ਸੀ ਔਰ ਉਸ ਦਾ ਅਸੀਂ ਦੇਖ ਸਕਦੇ ਹਾਂ ਕਿ ਪੰਜਾਬ ਨੂੰ ਕਿਵੇਂ ਉਹਨਾਂ ਨੇ 4-5 ਲੱਖ ਏਕੜ ਜ਼ਮੀਨ ਨੂੰ ਪਾਣੀ ਦੇ ਵਿੱਚ ਡੁਬੋਇਆ ਹੈ। ਪੰਜਾਬ ਦੇ ਲਗਭਗ 23 ਜ਼ਿਲ੍ਹਿਆਂ 'ਚੋਂ ਸਾਰੇ ਹੀ ਪ੍ਰਭਾਵਿਤ ਹੋਏ ਨੇ। ਲਗਭਗ 1400-1500 ਪਿੰਡ ਤਾਂ ਪੂਰੀ ਤਰ੍ਹਾਂ ਪਾਣੀ ਦੇ ਥੱਲੇ ਮਾਰ ਹੇਠ ਆਏ। 4-4 5-5 ਫੁੱਟ ਰੇਤਾ ਹੈ ਔਰ ਆਉਣ ਵਾਲੇ ਪੀਰੀਅਡ 'ਚ ਕਿੰਨੇ ਸਾਲ ਲੱਗਣਗੇ ਉਸ ਜ਼ਮੀਨ ਦੀ ਫਰਟੀਲਿਟੀ, ਜਿਹੜੀ ਉਹਦੀ ਉਪਜਾਊ ਸ਼ਕਤੀ ਨੂੰ ਰੀਸਟੋਰ ਹੁੰਦੇ ਆ, ਸਭ ਕੁਝ ਬਰਬਾਦ ਹੋਇਆ। ਔਰ ਇਹ ਸਾਰੇ ਨੂੰ ਜੇ ਸੋਸ਼ਲ ਮੀਡੀਆ ਆਪਣੀ ਥਾਂ ਹੈ, ਜਿਹੜਾ ਜਿਵੇਂ ਮੈਂ ਹਮੇਸ਼ਾ ਕਹਿੰਦਾ ਵੀ ਦੋ ਧਾਰੀ ਤਲਵਾਰ ਹੈ, ਪਰ ਡਾਇਸਪੋਰਾ ਨੈਰੇਟਿਵ ਨੇ ਪੰਜਾਬ ਦੇ ਵਿੱਚ ਵੀ, ਉੱਥੇ ਕਾਮਨ ਬੰਦਾ ਵੀ ਖਲੋ ਕੇ ਹੁਣ ਇਹ ਕਹਿੰਦਾ ਹੈ ਕਿ ਭਾਈ ਇਹ ਸਾਡੇ ਦੇ ਉੱਤੇ ਵਰਤਿਆ ਗਿਆ ਹਥਿਆਰ ਹੈ ਔਰ ਕਿਵੇਂ ਉਹਨਾਂ ਦੀਆਂ ਅੱਡ-ਅੱਡ ਵੀਡੀਓਜ਼ ਕਿਤੇ ਨਾ ਕਿਤੇ ਇੱਕ ਹਿੰਦੂ ਗੈਦਰਿੰਗ, ਸ਼ਿਵ ਸੈਨਾ ਕਿ ਕਿਹੜੇ ਲੋਕਾਂ ਦੀ ਹੈ ਔਰ ਇੱਕ ਜਿਹੜਾ ਬੜੀ ਬੇਸ਼ਰਮੀ ਨਾਲ ਕਹਿ ਰਿਹਾ ਹੈ ਕਿ ਵੀ ਪੱਕੇ ਹੀ ਖੋਲ ਦਿਓ ਗੇਟ, ਇਹਨਾਂ ਦਾ ਕੰਮ ਹੀ ਮੁਕਾਓ, ਨਾ ਰੇ ਬਾਂਸ ਨਾ ਵੱਜੇ ਬੰਸਰੀ। ਔਰ ਦੂਜੇ ਜਿਹੜੇ ਨੇ ਹੀ ਕਰਕੇ ਹੱਸ ਰਹੇ ਨੇ, ਉਹ ਕੋਈ ਹਾਈ ਕਮਾਂਡ ਇਹਨਾਂ ਦੀ ਕਿਸੇ ਵੀ ਗਰੁੱਪ ਦੀ, RSS ਦੀ ਹੈ, ਸ਼ਿਵ ਸੈਨਾ ਹੈ, ਕਿਹਨਾਂ ਦਾ ਹੈ। ਸੋ ਇਸ ਸਾਰੇ ਨੂੰ ਜੇ ਇਸ ਵੇਲੇ ਕੈਪਚਰ ਕਰਦੇ ਆ ਸਾਰੇ ਪਾਸੇ, ਔਰ ਸਾਡੀ ਟੀਮ ਨੇ ਪੰਜਾਬ ਦੇ ਵਿੱਚ ਵੀ ਜਿਹੜੇ ਗਰਾਊਂਡ ਦੇ ਉੱਤੇ ਜਾ ਕੇ ਫਿਰੋਜ਼ਪੁਰ, ਕਪੂਰਥਲਾ, ਅੰਮ੍ਰਿਤਸਰ ਜ਼ਿਲ੍ਹਿਆਂ ਦੇ ਵਿੱਚ ਰਿਪੋਰਟਿੰਗ ਕੀਤੀ ਹੈ। ਸੋ ਇਸ ਵੇਲੇ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਕ੍ਰਾਈਸਿਸ 'ਚੋਂ ਸਾਰੇ ਹੀ ਗੁਜ਼ਰ ਰਹੇ ਨੇ, ਅਮਰੀਕਨ ਇਕੋਨਮੀ, ਉਹ ਟਰੱਕਿੰਗ ਹੋਏ, ਟੈਕਸੀ ਇੰਡਸਟਰੀ ਹੋਏ, ਬਾਕੀ ਵਪਾਰ ਵੀ ਹੋਣ, ਲੇਕਿਨ ਬਾਕੀ ਕੰਮ ਵੀ ਤਾਂ ਨਾਲ ਨਾਲ ਚੱਲਦੇ ਨੇ। ਅਸੀਂ ਹੋਰ ਵੀ ਆਪਣੇ ਪਰਿਵਾਰਕ ਸਮਾਗਮਾਂ ਦੇ ਵਿੱਚ ਦੂਸਰਿਆਂ 'ਚ ਖਰਚ ਕਰਦੇ। ਸੋ ਇਹ ਜੇ ਇਸ ਦੀ ਯੂਜ਼ਫੁਲਨੈਸ ਕੋਈ ਹੈ ਤਾਂ ਫਿਰ ਇਸ ਨੂੰ ਜਾਰੀ ਰੱਖਣ ਦੇ ਵਿੱਚ ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਇਸ ਲਈ ਕੰਟਰੀਬਿਊਟ ਕਰੇ। ਦੂਸਰਾ ਬਹੁਤ ਸਾਰੇ, ਕਿਉਂਕਿ ਅਸੀਂ ਪਿਛਲੇ ਪ੍ਰੋਗਰਾਮਾਂ 'ਚ ਵਾਸ਼ਿੰਗਟਨ DC ਤੋਂ ਭਾਈ ਨਰਿੰਦਰ ਸਿੰਘ ਹੋਰਾਂ ਦੇ ਸਿਹਤ ਬਾਰੇ ਜਿਹੜਾ ਰਿਪੋਰਟ ਕੀਤਾ ਸੀ ਕਿ ਉਹਨਾਂ ਨੂੰ ਜਿਹੜਾ ਹਾਰਟ ਅਟੈਕ ਆਇਆ, ਬਾਈਪਾਸ ਸਰਜਰੀ ਹੋਈ ਔਰ ਬਹੁਤ ਸਾਰਿਆਂ ਦੀ ਕੁਐਰੀਜ਼ ਨੇ। ਅਸੀਂ ਇਹ ਦੱਸਦੇ ਹੀ ਹੈ ਕਿ ਉਹ ਬਿਲਕੁਲ ਉਹਨਾਂ ਦੀ ਸਰਜਰੀ ਵੀ ਕਾਮਯਾਬ ਰਹੀ, ਹਸਪੀਟਲ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਰਿਕਵਰ ਹੋ ਕੇ ਹੁਣ ਅੱਜ ਸ਼ਾਇਦ ਉਹ ਘਰ ਚਲੇ ਗਏ ਹੋਣ। ਅਸੀਂ ਵੀਕਐਂਡ 'ਤੇ ਜਿਹੜਾ ਅਮਰਵੀਰ ਸਿੰਘ ਵੀ ਔਰ ਮੈਂ ਵੀ ਅਸੀਂ ਉਹਨਾਂ ਨੂੰ ਮਿਲਣ ਗਏ ਸੀ। ਉਹ ਚੜ੍ਹਦੀ ਕਲਾ 'ਚ ਨੇ, ਬਹੁਤ ਸਾਰੀਆਂ ਕਾਲਾਂ ਸਾਨੂੰ ਆਈਆਂ ਨੇ। ਸੋ ਅਸੀਂ ਜਿਹੜਾ ਉਹਨਾਂ ਵੱਲੋਂ ਵੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਔਰ ਉਹਨਾਂ ਨੇ ਬੜੇ ਜਿਹੜਾ ਨਮ ਅੱਖਾਂ ਨਾਲ ਔਰ ਜਜ਼ਬਾਤੀ ਹੋ ਕੇ ਕਿਹਾ ਕਿ ਭਾਈ ਇਹ ਸਾਡੇ ਵੀਰਾਂ ਭੈਣਾਂ ਦੀਆਂ ਅਰਦਾਸਾਂ ਦਾ ਹੀ ਸਦਕਾ ਹੈ ਕਿ ਮੈਂ ਇਸ ਔਖੀ ਘਾਟੀ 'ਚੋਂ, ਘੜੀ 'ਚੋਂ ਨਿਕਲ ਕੇ ਜਿਹੜਾ ਹੈ ਉਹ ਤੰਦਰੁਸਤੀ ਵੱਲ ਵੱਧ ਰਿਹਾ। ਸੋ ਅਸੀਂ ਸਭ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਅਜੇ ਵੀ ਲਗਾਤਾਰਤਾ ਨਾਲ ਜਿਹੜਾ ਕੁਐਰੀਜ਼ ਚੱਲ ਰਹੀਆਂ ਨੇ, ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਿਵੇਂ TV 84 ਤੇ ਐਡ ਵੀ ਚੱਲ ਰਹੀ ਸੀ ਔਰ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਦੱਸਿਆ ਵੀ ਸੀ ਕਿ 6 ਸਤੰਬਰ ਦਾ ਦਿਨ ਜਿਹੜਾ ਸੈਚਰਡੇ ਬਣਦਾ ਸਮਾਗਮ ਹੈ। ਇਸ ਵਾਰ ਜਿੰਨਿਆਂ ਲੈਵਲ ਦੇ ਉੱਤੇ ਲਿਖੇ ਗਏ, ਮੈਂ ਸਮਝਦਾ ਵੀ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਅਵੇਅਰਨੈਸ ਦਾ ਲੈਵਲ ਵੀ ਹੈ ਔਰ ਸਿੱਖ ਕੌਮ ਦਾ ਆਪਣੇ ਮੌਜੂਦਾ ਇਤਿਹਾਸਕ ਦੌਰ ਨਾਲ, ਮੌਜੂਦਾ ਖਾਲਿਸਤਾਨ ਦੇ ਸੰਘਰਸ਼ ਦੇ ਯੋਧਿਆਂ ਦੇ ਨਾਲ ਵੱਧ ਰਿਹਾ ਲਗਾਵ ਵੀ ਹੈ ਕਿ ਅਦਰਵਾਈਜ਼ ਕਿਸੇ ਨੂੰ ਕੋਈ ਬਹੁਤਾ ਚੇਤਾ ਨਹੀਂ ਸੀ ਹੁੰਦਾ। ਜੂਨ ਦਾ ਦਿਨ ਐਸਟੈਬਲਿਸ਼ ਹੋ ਗਿਆ, 6 ਜੂਨ ਘੱਲੂਘਾਰ ਹੈ ਕਿਉਂਕਿ ਅਕਾਲ ਤਖਤ ਸਾਹਿਬ 'ਤੇ ਹੁੰਦਾ ਹੈ ਔਰ ਸੰਤ ਪਿੰਡਾਂ ਵਾਲਿਆਂ ਦਾ ਇਮੇਜ ਇਹਨਾਂ ਜਿਹੜਾ 40 ਵਰ੍ਹਿਆਂ ਦੇ ਵਿੱਚ ਜੂਨ 84 ਦੀ ਸ਼ਹਾਦਤ ਤੋਂ ਬਾਅਦ ਹੋਰ ਵੀ ਬੁਲੰਦ ਹੋਇਆ ਰੁਤਬਾ। ਫਿਰ ਨਵੰਬਰ ਦੀ ਨਸਲਕੁਸ਼ੀ ਨਾਲ ਰਿਲੇਟਡ ਜਿਹੜੇ ਨੇ ਉਹ ਵੀ ਕੋਈ ਜਿਹੜਾ ਉਸ ਦੇ ਉੱਤੇ ਰੈਲੀਆਂ ਜਾਂ ਦੂਸਰੀਆਂ ਹੁੰਦੀਆਂ ਨੇ, ਉਹ ਵੀ ਇੱਕ ਪ੍ਰੋਮੀਨੈਂਟ ਦਿਨ ਬਣ ਗਿਆ। ਪਰ ਮੈਂ ਦੇਖਦਾ ਕਿ ਵੀ ਇਹ 6 ਸਤੰਬਰ ਦਾ ਦਿਨ ਵੀ, ਜਿਵੇਂ ਭਾਈ ਜਸਵੰਤ ਸਿੰਘ ਖਾਲੜਾ ਇੱਕ ਸ਼ਹੀਦ ਵਜੋਂ
ਉਹਨਾਂ ਦੀ ਰੈਕਗਨੀਸ਼ਨ ਔਰ ਉਹਨਾਂ ਦੇ ਕੰਮ ਦੀ ਰੈਕਗਨੀਸ਼ਨ। ਔਰ ਇਸ ਵਾਰ 6 ਸਤੰਬਰ ਕੁਦਰਤੀ ਵੀਕਐਂਡ ਸੀ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਸਮਾਗਮ ਹੋਏ ਨੇ, ਵਿਚਾਰ ਗੋਸ਼ਟੀਆਂ ਜਿਨ੍ਹਾਂ ਦੇ ਲਈ ਲਫ਼ਜ਼ ਸੈਮੀਨਾਰ ਇਸਤੇਮਾਲ ਹੁੰਦਾ ਹੈ, ਕਈ ਥਾਂ ਦੇ ਉੱਤੇ ਰੈਲੀਆਂ, ਔਰ ਗੁਰਦੁਆਰਿਆਂ ਦੇ ਵਿੱਚ ਵੀ ਫਿਰ 7 ਤਰੀਕ ਨੂੰ ਸੰਡੇ ਸੀ, ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਜਿਹੜਾ 7 ਦਾ ਦੀਵਾਨ ਸੀ ਉਹ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਸੀ। ਹਾਲਾਂਕਿ ਕਿਉਂਕਿ 6-7 ਦੀ ਐਕਟੀਵਿਟੀ ਅਸੀਂ ਵੀ ਅਵੇਲੇਬਲ ਨਹੀਂ ਸੀ, ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ, ਦੁਆਬਾ ਸਿੱਖ ਐਸੋਸੀਏਸ਼ਨ ਔਰ ਸਿੱਖ ਯੂਥ ਆਫ ਅਮਰੀਕਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਇਹਨਾਂ ਸਾਰਿਆਂ ਦੇ ਐਫਰਟ ਨਾਲ 14 ਤਰੀਕ ਦਾ ਜਿਹੜਾ ਦੀਵਾਨ ਹੈ ਗੁਰਦੁਆਰਾ ਰਿਚਮੰਡ ਹਿਲ 'ਚ, ਉਹ ਸ਼ਹੀਦ ਭਾਈ ਦਿਲਾਵਰ ਸਿੰਘ ਔਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਯਾਦ ਨੂੰ ਸਮਰਪਿਤ ਹੋਏਗਾ, ਜਿਸ ਦੇ ਵਿੱਚ ਅਸੀਂ ਵੀ ਸ਼ਮੂਲੀਅਤ ਕਰਾਂਗੇ। ਔਰ 6 ਸਤੰਬਰ ਦਾ ਪ੍ਰੋਗਰਾਮ ਸਾਡੇ ਨੌਜਵਾਨ ਬੱਚੀਆਂ ਨੇ, ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਮੁੱਖ ਆਗੂ, ਅਮਰੀਕਾ ਦੇ ਸਰ ਬੂਟਾ ਸਿੰਘ ਖੜੌਤ, ਉਹਨਾਂ ਦੀਆਂ ਦੋਵੇਂ ਬੇਟੀਆਂ ਔਰ ਖਾਸ ਸਿਮਰਜੀਤ ਖੜੌਤ ਔਰ ਉਹਨਾਂ ਦੀ ਭੈਣ, ਉਹਨਾਂ ਨੇ ਇਨੀਸ਼ੀਏਟ ਕੀਤਾ। ਇਹ ਉਹਨਾਂ ਦੀ NGO ਹੈ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਯੂਨੀਫਾਈਂਗ ਹਿਊਮੈਨਿਟੀ। ਉਹਨਾਂ ਵੱਲੋਂ ਉਹਨਾਂ ਨੇ ਇੱਕ ਬੜੇ ਖੂਬਸੂਰਤ ਆਡੀਟੋਰੀਅਮ ਜਿਹੜਾ ਕਿ ਮਾਊਂਟ ਲਾਰਲ ਸਿਟੀ ਦੇ ਵਿੱਚ ਸਥਿਤ ਹੈ, ਉਸ ਦੇ ਵਾਟਰ ਹਾਲ ਦੇ ਵਿੱਚ ਜਿਹੜਾ ਆਡੀਟੋਰੀਅਮ ਸੀ, ਉਸ 'ਚ ਇਹ ਸਮਾਗਮ ਰੱਖਿਆ ਸੀ, ਜਿਹੜਾ ਬਹੁਤ ਜ਼ਬਰਦਸਤ ਸਮਾਗਮ ਸੀ। ਲਗਭਗ ਪ੍ਰੋਫੈਸ਼ਨਲ ਸੀ ਹਰ ਪੱਖ ਉਹਦਾ, 300 ਦੇ ਕਰੀਬ ਜਿਹੜੀ ਹੈ ਉਹ ਆਡੀਅੰਸ ਸੀ, ਜਿਹੜੀ ਕਿ ਆਲ ਓਵਰ ਆਏ ਹੋਏ ਸੀ ਰਿਪਰੈਜ਼ੈਂਟੇਟਿਵ। ਔਰ ਖਾਸ ਤੌਰ ਤੇ 12 ਵਜੇ ਇਹ ਪ੍ਰੋਗਰਾਮ ਸ਼ਾਰਪ ਸ਼ੁਰੂ ਹੋਇਆ ਔਰ 3:30 ਵਜੇ ਤੱਕ ਚੱਲਿਆ। ਔਰ ਇੰਨਾ ਮੈਟੀਕੂਲਸਲੀ ਔਰ ਦਰਸ਼ਕ ਸਕਰੀਨ ਦੇ ਉੱਤੇ ਪਿਕਚਰਸ ਦੇਖ ਸਕਦੇ ਨੇ। ਬਹੁਤ ਵਧੀਆ ਪ੍ਰਬੰਧ ਸੀ, ਸਾਰਾ ਖਾਣ ਪਾਣ ਦਾ ਪ੍ਰਬੰਧ ਤਾਂ ਹੁੰਦਾ ਹੀ ਹੈ ਸਿੱਖਾਂ ਦੇ ਸਮਾਗਮਾਂ 'ਚ, ਉਸ ਦੀ ਕਮੀ ਨਹੀਂ ਹੁੰਦੀ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਇਸ ਪ੍ਰੋਗਰਾਮ ਨੂੰ ਕੰਡਕਟ ਕੀਤਾ ਬੱਚਿਆਂ ਨੇ, ਸਭ ਤੋਂ ਪਹਿਲਾਂ ਤਾਂ ਜਿਹੜਾ 12 ਵਜੇ ਦੇ ਕਰੀਬ ਹੀ ਇੱਕ ਡਾਕੂਮੈਂਟਰੀ ਜਿਹੜੀ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਕੰਮ ਨਾਲ ਸੰਬੰਧਿਤ, ਜਿਸ 'ਚ ਹਿਊਮਨ ਆਸਪੈਕਟ ਵੀ, ਉਹਨਾਂ ਦੀ ਸਿੰਘਣੀ ਬੀਬੀ ਪਰਮਜੀਤ ਕੌਰ ਖਾਲੜਾ ਦੀ ਗੁਫ਼ਤਗੂ, ਉਹਨਾਂ ਦੀ ਬੇਟੀ ਨਵਕਿਰਨ ਕੌਰ ਦੀ ਗੱਲਬਾਤ, ਹਿਊਮਨ ਰਾਈਟਸ ਦੇ, ਔਰ ਉਹ ਸਾਰਾ ਕੇਸ ਡਾਕੂਮੈਂਟਰੀ ਦੇ ਵਿੱਚ ਪੂਰਾ ਇਵੇਂ ਪ੍ਰੈਜ਼ੈਂਟ ਕੀਤਾ ਗਿਆ ਸੀ, ਜਿਹਦੇ 'ਚ ਕਿ ਜਿਹੜੀ ਹੁਣ ਜਨਰੇਸ਼ਨ ਹੈ, ਕਿਉਂਕਿ ਵਾਕਿਆ 30 ਸਾਲ ਪਹਿਲਾਂ ਉਹਨਾਂ ਦੀ ਸ਼ਹਾਦਤ ਹੋਈ, ਔਰ ਉਸ ਤੋਂ ਵੀ 10 ਸਾਲ ਪਹਿਲਾਂ ਦੇ 84 ਤੋਂ 94 95 ਤੱਕ ਜੋ ਕੁਛ ਪੰਜਾਬ 'ਚ ਚੱਲਿਆ, ਖਾਸ ਤੌਰ ਤੇ 92 ਤੋਂ 95 ਤੱਕ, ਉਸ ਵੇਰਵੇ ਨੂੰ ਹੀ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ 3 ਸ਼ਮਸ਼ਾਨ ਘਾਟਾਂ ਤੇ ਬੇਸਡ, ਜਿੱਥੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਜਿਨ੍ਹਾਂ ਨੂੰ ਜਿਹੜਾ ਕ੍ਰੀਮੇਟ ਕੀਤਾ ਗਿਆ ਸੀ, ਉਸ ਰਿਕਾਰਡ 'ਚੋਂ ਕੱਢ ਕੇ ਉਹਨਾਂ ਨੇ ਦੁਨੀਆ ਦੇ ਸਾਹਮਣੇ ਉਸ ਸੱਚਾਈ ਨੂੰ ਲਿਆਂਦਾ। ਔਰ ਉੱਥੇ ਹੁੰਦਿਆਂ ਉਹਨਾਂ ਨੇ ਕੋਸ਼ਿਸ਼ ਕੀਤੀ, ਪੰਜਾਬ ਹਰਿਆਣਾ ਹਾਈ ਕੋਰਟ 'ਚ ਵੀ ਇਸ ਦੇ ਉੱਤੇ ਪਟੀਸ਼ਨ ਕੀਤੀ ਗਈ, ਉਹਨਾਂ ਨੇ ਇਹ ਕਹਿ ਕੇ ਖਾਰਜ ਕਰ ਦਿੱਤੀ ਕਿ ਜੀ ਤੁਹਾਡੇ ਦਾ ਕੋਈ ਨੀਅਰ ਰੈਂਡੀਅਰ ਵਨ ਤਾਂ ਨਹੀਂ ਮਾਰਿਆ ਗਿਆ, ਇਸ ਲਈ ਤੁਹਾਡਾ ਬਣਦਾ ਹੀ ਨਹੀਂ ਹੈ ਟੈਕਨੀਕਲੀ। ਫਿਰ ਉਹ ਬਾਹਰ ਨਿਕਲੇ, ਇੰਗਲੈਂਡ ਆਏ, ਕੈਨੇਡਾ ਆਏ। ਜੂਨ ਦੇ ਮਹੀਨੇ, ਜੂਨ 1995 ਦੇ ਵਿੱਚ ਉਹਨਾਂ ਨੇ ਜਿਹੜਾ ਹੈ ਉਹ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਵੀ, ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਸਮਾਗਮ 'ਚ ਵੀ, ਔਰ ਜਿਸ ਸਮਾਗਮ ਦਾ ਜ਼ਿਕਰ ਮੈਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਕਰਦਾ ਹਾਂ ਉੱਥੇ ਵੀ ਮੈਂ ਕੀਤਾ, ਜਿਹੜਾ ਗੁਰਦੁਆਰਾ ਡਿਕਸੀ ਗੁਰਦੁਆਰਾ ਸਾਹਿਬ ਦੇ ਵਿੱਚ, ਜਿੱਥੇ ਕਿ ਮੈਨੂੰ ਵੀ ਉਹਨਾਂ ਦੇ ਨਾਲ ਪੈਨਲਿਸਟ ਦੇ ਤੌਰ ਤੇ ਐਜ਼ ਏ ਸਪੀਕਰ ਸਟੇਜ ਸ਼ੇਅਰ ਕਰਨ ਦਾ ਮੌਕਾ ਬਣਿਆ। ਔਰ ਉਹਨਾਂ ਦੀ ਉਹ ਸਪੀਚ ਜਿਹੜੀ ਉਸ ਗੁਰਦੁਆਰਾ ਸਾਹਿਬ 'ਚ ਜਿਹੜੀ ਹਿਸਟੋਰੀਕਲ ਉਹਨਾਂ ਦੀ ਲਾਸਟ ਸਪੀਚ ਔਨ ਰੈਕਰਡ ਹੈ, ਜਿਹਦੇ 'ਚ ਕਿ ਉਹਨਾਂ ਨੇ ਜਿੱਥੇ 25,000 ਲਾਵਾਰਸ ਲਾਸ਼ਾਂ ਦੀ ਗੱਲ ਕੀਤੀ, ਉੱਥੇ ਉਹਨਾਂ ਨੇ ਗੁਰੂ ਤੋਂ ਸ਼ਹਾਦਤ ਮੰਗੀ। ਔਰ ਉਹਨਾਂ ਨੇ ਇਹ ਕਹਿ ਕੇ ਕਿ ਭਾਈ ਜਿਹੜਾ ਇਸ ਰਸਤੇ 'ਤੇ ਤੁਰਦਾ ਹੈ, ਗੁਰੂ ਜਦੋਂ ਬਹੁਤ ਰੀਝਦੇ ਨੇ, ਗੁਰਿਆਈ ਤਾਂ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਦੇ ਦਿੱਤੀ 10ਵੇਂ ਪਾਤਸ਼ਾਹ ਨੇ, ਉਹਨੂੰ ਸ਼ਹਾਦਤ ਬਖਸ਼ਦੇ ਨੇ। ਔਰ ਇਹ ਜੂਨ 1995 ਦੀ ਗੱਲ ਹੈ। ਉਸ ਤੋਂ ਕੁਝ ਹਫ਼ਤੇ ਬਾਅਦ ਉਹ ਪੰਜਾਬ ਵਾਪਸ ਚਲੇ ਜਾਂਦੇ ਨੇ। ਔਰ ਉਸੇ ਹੀ ਵਰ੍ਹੇ 'ਚ 6 ਸਤੰਬਰ ਨੂੰ ਅੰਮ੍ਰਿਤਸਰ ਦੇ ਕਬੀਰ ਪਾਰਕ 'ਚ ਘਰ ਦੇ ਬਾਹਰ, ਜਿੱਥੇ ਉਹ ਕਾਰ ਵਾਸ਼ ਕਰ ਰਹੇ ਸਨ, ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਚੁੱਕ ਲਿਆ ਜਾਂਦਾ ਹੈ ਔਰ ਫਿਰ ਉਹਨਾਂ ਨੂੰ ਵੀ ਇੱਕ ਅਣਪਛਾਤੀ ਲਾਸ਼ ਬਣਾ ਦਿੱਤਾ ਜਾਂਦਾ।
ਔਰ ਮੈਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਇਹ ਕਿਹਾ, ਮੈਂ ਕਿਹਾ ਕਿ ਵੀ ਬਹੁਤ ਵਾਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਜਦੋਂ ਅਸੀਂ ਜ਼ਿਕਰ ਕਰਦੇ, ਇਹ ਤਾਂ ਹੈ ਕਿ ਤੱਤੀ ਤਵੀ ਤੇ ਬਿਠਾਇਆ, ਸਿਰ ਤੇ ਰੇਤ ਪਾਈ, ਦੇਗ ਵਿੱਚ ਉਬਾਲਿਆ, ਪਰ ਜਿਹੜਾ ਅਖੀਰਲਾ ਪਾਰਟ ਹੈ ਉਹਨੂੰ ਅਸੀਂ ਇੱਕ ਟਵਿਸਟ ਦੇ ਦਿੰਦੇ ਹਾਂ ਕਿ ਜੀ ਗੁਰੂ ਸਾਹਿਬ ਨੇ ਜਿਹੜਾ ਹੈ ਉਹ ਇਸ਼ਨਾਨ ਕਰਨ ਦੀ ਇੱਛਾ ਜ਼ਾਹਰ ਕੀਤੀ ਤੇ ਉਹਨਾਂ ਨੂੰ ਵੀ ਲੱਗਾ, ਚੰਦੂ ਨੂੰ, ਜਿਨ੍ਹਾਂ ਦੀ ਉਹ ਹਵੇਲੀ ਦੇ ਵਿੱਚ ਟਾਰਚਰ ਕੀਤਾ ਜਾ ਰਿਹਾ ਸੀ, ਕਿ ਜੀ ਉਹਨਾਂ ਦੇ ਛਾਲੇ ਪਏ ਹੋਏ ਨੇ, ਪਾਣੀ ਲੱਗੇਗਾ, ਹੋਰ ਤਕਲੀਫ ਹੋਏਗੀ। ਮੈਂ ਕਿਹਾ ਕਿ ਵੀ ਨਹੀਂ, ਜੇ ਅੱਜ ਅਸੀਂ ਅਣਪਛਾਤੀਆਂ ਲਾਸ਼ਾਂ ਦੇ ਸਿਵੇ ਜਿਹੜੇ ਬਲਦੇ ਰਹੇ ਔਰ ਕਿਸੇ ਨੂੰ ਮਾਂ-ਬਾਪ ਔਰ ਦੂਸਰਿਆਂ ਨੂੰ ਕਿਸੇ ਨੂੰ ਖਬਰ ਤੱਕ ਨਹੀਂ ਸੀ, ਜਾਂ ਜਿਨ੍ਹਾਂ ਸਿੱਖ ਨੌਜਵਾਨਾਂ ਨੂੰ ਟਾਰਚਰ ਕਰਕੇ ਮਾਰ ਕੇ ਹਰੀਕੇ ਦੇ ਦਰਿਆਵਾਂ ਦੇ ਵਿੱਚ, ਹਰੀਕੇ ਦੇ ਪੱਤਣ ਦੇ ਉੱਤੇ ਜਿੱਥੇ ਬਿਆਸ ਦਰਿਆ ਸਤਲੁਜ ਨਾਲ ਮਿਲਦਾ ਹੈ, ਉੱਥੇ ਉਹਨਾਂ ਦੀਆਂ ਲਾਸ਼ਾਂ ਸੁੱਟ ਦਿੱਤੀਆਂ ਗਈਆਂ, ਜਾਂ ਪੰਜਾਬ ਦੇ ਨਹਿਰਾਂ ਦੇ ਵਿੱਚ ਔਰ ਰਾਜਸਥਾਨ ਨੂੰ ਜਾਣ ਵਾਲੀ ਨਹਿਰ 'ਚ ਵੀ। ਤੇ ਫਿਰ ਸਾਡਾ ਧਿਆਨ ਗੁਰੂ ਅਰਜਨ ਸਾਹਿਬ ਵੱਲ ਜਾਣਾ ਚਾਹੀਦਾ ਹੈ, ਜਿਹੜਾ ਸਾਡਾ ਇਤਿਹਾਸ ਯਾਦ ਦਹਾਨੀ ਕਰਵਾਉਂਦਾ ਹੈ। ਕਿਆ ਗੁਰੂ ਅਰਜਨ ਦਰਿਆਏ ਨਹੀਂ ਬੋੜਿਓ, ਕਿ ਕੀ ਗੁਰੂ ਅਰਜਨ ਸਾਹਿਬ ਦੇ ਪਵਿੱਤਰ ਸਰੀਰ ਨੂੰ ਦਰਿਆ 'ਚ ਨਹੀਂ ਸੀ ਸੁੱਟਿਆ ਗਿਆ, ਉਹਨਾਂ ਦਾ ਸੰਸਕਾਰ ਨਹੀਂ ਹੋਇਆ, ਕਿਉਂਕਿ ਟਾਰਚਰ ਤੋਂ ਬਾਅਦ ਉਹਨਾਂ ਦੀ ਨੂੰ ਸ਼ਹੀਦ ਕਰਕੇ ਉਹਨਾਂ ਦੀ ਡੈਡ ਬਾਡੀ ਵੀ ਜਿਹੜੀ ਹੈ, ਉਹਨਾਂ ਦਾ ਇਹ ਤਾਂ ਨਹੀਂ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪਿਤਾ ਦਾ ਸੰਸਕਾਰ ਕੀਤਾ। ਸੋ ਜੇ ਇਹ ਸੀ ਤਾਂ ਇਹਦਾ ਜਵਾਬ ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਅਕਾਲ ਸਿਰਜ ਕੇ ਮੀਰੀ ਪੀਰੀ ਦੀਆਂ 2 ਤਲਵਾਰਾਂ ਔਰ ਪਹਿਲਾ ਹੁਕਮਨਾਮਾ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ। ਹੁਣ ਇਹ ਉਹ ਪਾਰਟ ਹੈ ਜਿਹੜਾ ਸਾਨੂੰ ਸਮਝਣ ਦੀ ਲੋੜ ਹੈ 30 ਵਰ੍ਹਿਆਂ ਬਾਅਦ, ਜਿੱਥੇ ਬਹੁਤ ਸਾਰਾ ਕੁਛ ਅੱਜ ਵੀ ਅਸੀਂ ਸਾਡੇ ਵੀਰ ਭੈਣਾਂ ਜੋ ਪੰਜਾਬ ਜਾਂ ਭਾਰਤ ਦੇ ਦੂਸਰੇ ਸੂਬਿਆਂ 'ਚ ਵਸਦੇ ਸਿੱਖ ਜਿਨ੍ਹਾਂ ਹਾਲਾਤਾਂ 'ਚੋਂ ਗੁਜ਼ਰ ਰਹੇ ਨੇ, ਅੱਜ ਐਗਜ਼ਾਮ ਦੇਣ ਦੇ ਲਈ ਜਿਵੇਂ ਰਾਜਸਥਾਨ ਦੇ ਵਿੱਚ 5 ਸਿੱਖ ਬੱਚੇ ਜਾਂਦੇ ਨੇ, ਇੱਕ ਬੀਬੀ ਹੈ, 4 ਨੌਜਵਾਨ ਨੇ, ਔਰ ਕੋਰਟ ਐਗਜ਼ਾਮ ਹੈ, ਦੂਸਰਾ ਜਿਹੜਾ ਜੁਡੀਸ਼ਰੀ ਨਾਲ ਸੰਬੰਧਿਤ ਉਹਨਾਂ ਦੇ ਕਕਾਰ ਲਵਾ ਲਏ ਜਾਂਦੇ ਨੇ, ਕੜੇ ਤੱਕ ਲਵਾ ਲਏ ਜਾਂਦੇ ਨੇ, ਦਸਤਾਰਾਂ ਦੀ ਬੇਅਦਬੀ ਕਿਵੇਂ ਹੁੰਦੀ ਹੈ, ਗੁਰਦੁਆਰਿਆਂ ਦੇ ਉੱਤੇ ਕਬਜ਼ੇ ਇਤਿਹਾਸਕ, ਉਹ ਗੁਰਦੁਆਰਾ ਗਿਆਨ ਗੋਦੜੀ ਹੋਏ, ਡੋਂਗਮਾਰ ਹੋਏ, ਔਰ ਦੂਸਰਾ ਜਿਹੜੇ ਨੇ ਘੱਟੋ ਘੱਟ ਔਰ ਮੰਗੂ ਮੱਠ ਉੜੀਸਾ ਦੇ ਵਿੱਚ, ਔਰ ਵਾਟਰ ਐਜ਼ ਏ ਵੈਪਨ, ਉਸ ਦਾ ਅਸੀਂ ਆਲਰੇਡੀ ਜ਼ਿਕਰ ਕੀਤਾ ਹੈ। ਔਰ ਲਗਾਤਾਰਤਾ ਨਾਲ ਈਵਨ ਇਸ ਮੌਜੂਦਾ ਸਰਕਾਰ ਦੇ ਵੇਲੇ 22-23 ਪੁਲਿਸ ਮੁਕਾਬਲੇ ਗੈਂਗਸਟਰ ਕਹਿ ਕੇ ਜਿਹੜੇ ਨੇ ਖਤਮ ਕੀਤੇ ਗਏ ਨੇ। ਅਜੇ ਕੁਝ ਹਫ਼ਤੇ ਪਹਿਲਾਂ ਅੰਮ੍ਰਿਤਸਰ 'ਚ ਇੱਕ ਸਿੱਖ ਨੌਜਵਾਨ ਜਿਹੜਾ ਸਿੱਖੀ ਸਰੂਪ 'ਚ ਨਹੀਂ ਹੈ, ਉਹ ਖਾਲਿਸਤਾਨ ਦੇ ਜਿਹੜਾ ਹੈ ਉਹ ਇਸ਼ਤਿਹਾਰ ਲਾ ਰਿਹਾ ਕਿਤੇ ਕੰਧ ਤੇ, ਤਾਂ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ। ਕਿੱਡਾ ਵੱਡਾ ਇਹ ਕੋਈ ਜੁਰਮ ਹੋ ਗਿਆ ਹੈ ਉਹਨਾਂ ਦੇ। ਸੋ ਇਹ ਸਾਰਾ ਪਾਰਟ ਲਗਾਤਾਰਤਾ ਨਾਲ ਜਾਰੀ ਹੈ, ਔਰ ਮੈਂ ਸਮਝਦਾ ਵੀ ਇਸ ਦੀ ਜਿਹੜੀ ਰਿਫਲੈਕਸ਼ਨ ਇਸ ਸਮਾਗਮ ਦੇ ਵਿੱਚ ਜਿਹੜੀ ਬੱਚੇ ਬੱਚੀਆਂ ਨੇ ਆਰਗੇਨਾਈਜ਼ ਕੀਤੀ, ਉਹ ਇੰਨੀ ਕੁ ਪ੍ਰਤੱਖ ਸੀ, ਔਰ ਉਸ ਦੀ ਬੇਸ਼ੱਕ ਇਸ ਪ੍ਰੋਗਰਾਮ ਨੂੰ ਲਾਈਵ ਉੱਥੋਂ ਚਲਾਇਆ ਗਿਆ, ਜਿਸ ਨੂੰ ਸ਼ਾਇਦ ਉਸ ਲੈਵਲ ਤੱਕ ਬਹੁਤ ਮੈਸੇਜ ਨਾ ਪਹੁੰਚਿਆ। ਇੱਕ ਤਾਂ ਜਦੋਂ ਅੰਗਰੇਜ਼ੀ ਦੇ ਵਿੱਚ ਕੋਈ ਕੰਮ ਸ਼ੁਰੂ ਹੁੰਦਾ ਹੈ ਤੇ ਉਹ ਅੰਗਰੇਜ਼ੀ ਵਾਲੇ ਤੋਂ ਆਪਣੇ ਦੌੜ ਜਾਂਦੇ ਨੇ। ਅਸੀਂ ਸਮਝਦੇ ਹਾਂ ਕਿ ਭਾਈ ਜਿਹੜੀ ਇੱਥੋਂ ਦੀ ਜ਼ਬਾਨ ਹੈ, ਜਿਨ੍ਹਾਂ ਤੱਕ ਅਸੀਂ ਗੱਲ ਪਹੁੰਚਾਉਣੀ ਹੈ, ਉਹ ਅੰਗਰੇਜ਼ੀ ਹੈ, ਔਰ ਤੁਸੀਂ ਘੱਟੋ ਘੱਟ ਇਸ ਨੂੰ, ਇਹ ਠੀਕ ਹੈ ਵੀ ਸਾਨੂੰ ਕਵੀਸ਼ਰੀਆਂ, ਢਾਡੀ ਵਾਰਾਂ ਜਾਂ ਦੂਸਰੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਨੇ, ਪਰ ਜਦੋਂ ਬੱਚੇ ਬੱਚੀਆਂ ਸਾਡੇ ਜਿਹੜੇ ਇਸ ਸਿਸਟਮ ਦੇ ਵਿੱਚ ਨੇ, ਉਹ ਇਸ ਕਿਸਮ ਦਾ ਪ੍ਰਬੰਧ ਕਰਦੇ ਨੇ, ਤਾਂ ਉਹਨਾਂ ਦੇ ਨਾਲ ਸਾਡਾ ਹੋਣਾ, ਮੌਜੂਦਗੀ ਔਰ ਇਨਕਰੇਜ ਕਰਨਾ ਇਹ ਜ਼ਰੂਰੀ ਬਣਦਾ। ਔਰ ਇਸ ਦੀ ਸ਼ੁਰੂਆਤ ਸਮਾਗਮ ਦੀ ਜਿਹੜੀ ਹੈ ਉਹ ਹਾਲਬਰੁਕ ਸਿਟੀ ਹੈ ਨਿਊ ਜਰਸੀ ਦੀ, ਜਿਸ ਦੇ ਮੇਅਰ ਨੇ ਰਵਿੰਦਰ ਸਿੰਘ ਭੱਲਾ, ਜਿਨ੍ਹਾਂ ਨੂੰ ਰਵੀ ਭੱਲਾ ਕਰਕੇ ਕਿਹਾ ਜਾਂਦਾ, ਉਹਨਾਂ ਦੀ ਬੜੀ ਮੋਟੀਵੇਸ਼ਨਲ ਸਪੀਚ ਸੀ। ਫਿਰ ਲੋਕਲ ਕਾਂਗਰਸ ਵੂਮਨ ਜਿਨ੍ਹਾਂ ਦੇ ਨਾਲ ਸਰ ਬੂਟਾ ਸਿੰਘ ਖੜੌਤ ਔਰਾਂ ਦਾ ਪਰਿਵਾਰਕ ਲੈਵਲ ਦੇ ਉੱਤੇ ਉਹਨਾਂ ਨੇ ਐਂਟਰਟੇਨ ਕੀਤਾ ਹੋਇਆ। ਉਹਨੇ ਆਪਣੇ ਆਪ ਨੂੰ ਕਿਹਾ ਕਿ ਮੈਨੂੰ ਤਾਂ ਅਡਾਪਟ ਕੀਤਾ ਹੋਇਆ ਇਸੇ ਕੌਮ ਨੇ, ਮੈਂ ਤਾਂ ਬੱਚੀ ਹਾਂ ਤੁਹਾਡੀ। ਔਰ ਉਹਨਾਂ ਨੇ ਵੀ ਉਹਨਾਂ ਲੈਜਿਸਲੇਚਰਸ ਦਾ ਵੀ ਜ਼ਿਕਰ ਕੀਤਾ ਜਿਹੜਾ ਉਹਨਾਂ ਨੇ ਹਿਊਮਨ ਰਾਈਟਸ ਦੇ ਲਈ ਲਿਆਂਦੇ ਨੇ। ਫਿਰ ਜਿਹੜਾ ਕਾਂਗਰਸਮੈਨ ਜਿਹੜੇ ਅਫਰੀਕਨ ਅਮਰੀਕਨ ਓਰੀਜਨ ਦੇ ਸੀ, ਉਹਨਾਂ ਨੇ ਆਪਣਾ ਜਿਹੜਾ ਉਹ ਕਾਂਗਰਸਮੈਨ ਸੀ, ਜਿਹੜੇ ਪਹਿਲਾਂ ਹੈ ਉਹ ਸਟੇਟ ਅਸੈਂਬਲੀ ਵੂਮਨ,
ਔਰ ਇਹ ਸਾਰੇ ਦੇ ਨਾਲ ਜਿਹੜਾ ਹੈ ਇਹ ਸਾਰੇ ਸਮਾਗਮ ਦੀ ਸ਼ੁਰੂਆਤ ਹੋਈ ਔਰ ਫਿਰ ਬੱਚਿਆਂ ਨੇ ਇੱਕ ਜਿਹੜੀ ਪੈਨਲ ਡਿਸਕਸ਼ਨ ਲਗਭਗ 1 ਘੰਟੇ ਦੀ ਜਿਸ ਦੇ ਵਿੱਚ ਪ੍ਰੋਮੀਨੈਂਟ 5 ਜਿਹੜੇ ਡਿਸਟਿੰਗੁਇਸ਼ਡ ਯੰਗਸਟਰ ਸੀ ਦੂਰ ਦਰਾਡਿਓਂ ਆਏ ਹੋਏ ਉਹਨਾਂ 'ਚ ਸਰ ਜਸਵੰਤ ਸਿੰਘ ਮਾਨ ਜਿਹੜੇ ਵੱਡੇ ਫੈਡਰੇਸ਼ਨ ਦੇ ਆਗੂ ਵੀ ਰਹੇ ਔਰ ਪੰਥਕ ਹਲਕਿਆਂ 'ਚ ਵੀ ਜਾਣੇ ਜਾਂਦੇ ਰਹੇ ਉਹਨਾਂ ਦੀ ਪੋਤੀ ਛੋਟੀ ਜਿਹੀ ਉਮਰ ਦੀ 16 ਸਾਲ ਦੀ ਬੱਚੀ ਜਿਸ ਦੀ ਪ੍ਰੈਜੈਂਟੇਸ਼ਨ ਬੜੀ ਜ਼ਬਰਦਸਤ ਇਸੇ ਤਰ੍ਹਾਂ ਸਾਡੀ ਬੱਚੀ ਤੇਜ ਕਿਰਨ ਕੌਰ ਜਿਹੜੀ ਕਾਂਗਰਸਮੈਨ ਸਵਾਜ਼ੀ ਦੇ ਆਫਿਸ 'ਚ ਮੇਨ ਲੈਜਿਸਲੇਚਰ ਇੰਚਾਰਜ ਨੇ ਉਹ ਵੀ ਉਸ ਪੈਨਲ ਦਾ ਹਿੱਸਾ ਸਨ ਇਸੇ ਤਰ੍ਹਾਂ ਬੇਟੀ ਅਵਿਨਾਸ਼ ਕੌਰ ਜਿਹੜੀ ਮੈਡੀਕਲ ਸਟੂਡੈਂਟ ਲਾਸਟ ਈਅਰ ਹੈ ਉਹਦੀ ਡਾਕਟਰ ਦੀ ਪੜ੍ਹਾਈ ਦਾ ਰਜਿੰਦਰ ਸਿੰਘ ਉਹਨਾਂ ਦੀ ਬੇਟੀ ਨੇ ਉਹ ਵੀ ਉਹਦਾ ਹਿੱਸਾ ਸਨ ਸਿੱਖ ਯੂਥ ਆਫ ਅਮਰੀਕਾ ਦਾ ਇੱਕ ਯੰਗ ਬੱਚਾ ਜਿਹੜਾ ਠੇਠ ਪੰਜਾਬੀ ਵੀ ਸੋਹਣੀ ਅੰਗਰੇਜ਼ੀ 'ਚ ਵੀ ਪ੍ਰੈਜੈਂਟੇਸ਼ਨ ਦੇ ਰਿਹਾ ਸੀ ਔਰ ਇਸੇ ਤਰ੍ਹਾਂ ਕੈਨੇਡਾ ਤੋਂ ਆਕਾਸ਼ਦੀਪ ਸਿੰਘ ਜਿਹੜੇ ਖਾਲਿਸਤਾਨ ਸੈਂਟਰ ਨਾਲ ਸੰਬੰਧਿਤ ਨੇ ਸੋ 1 ਘੰਟੇ ਦੀ ਡਿਸਕਸ਼ਨ 'ਚ ਬੜੇ ਆਰਗੇਨਾਈਜ਼ਡ ਸਵਾਲ ਜਵਾਬ ਸੈਸ਼ਨ ਸੀ ਔਰ TV 84 ਦੀ ਟੀਮ ਨੇ ਇਹਨਾਂ ਸਾਰਿਆਂ ਦੇ ਜਿਹੜੇ ਅੱਡ ਸਪੀਕਰਸ ਵੀ ਨੇ ਔਰ 1 ਘੰਟੇ ਉਹਨੂੰ ਡਿਫਰੈਂਟ ਸੈਗਮੈਂਟਸ ਦੇ ਰੂਪ ਦੇ ਵਿੱਚ ਵੀ ਅਪਲੋਡ ਕੀਤਾ ਜਿਹੜੇ ਦਿਲਚਸਪੀ ਰੱਖਦੇ ਨੇ ਉਹ ਉਸ ਨੂੰ ਦੇਖ ਸਕਦੇ ਨੇ ਔਰ ਇਸੇ ਤਰ੍ਹਾਂ ਜਿਹੜਾ ਉਹਨਾਂ ਸਰ ਸ਼ਾਇਦ ਕੁਸ਼ਲਦੀਪ ਸਿੰਘ ਮਾਨ ਉਹਨਾਂ ਦਾ ਨਾਮ ਹੈ ਜਸਵੰਤ ਸਿੰਘ ਮਾਨ ਦੇ ਬੇਟੇ ਨੇ ਉਹਨਾਂ ਦੀ ਵੀ ਬੜੀ ਖੂਬਸੂਰਤ ਪ੍ਰੈਜੈਂਟੇਸ਼ਨ ਸੀ ਟੁਵਰਡਸ ਦਾ ਕਲੋਜ਼ਿੰਗ ਔਰ ਲਾਸਟ ਪ੍ਰੈਜੈਂਟੇਸ਼ਨ ਮੇਰੀ ਸੀ ਔਰ ਸਾਰਿਆਂ ਨੂੰ ਹੀ ਇਹਨਾਂ ਬੱਚੀਆਂ ਨੇ ਜਿਵੇਂ ਆਰਗੇਨਾਈਜ਼ ਕੀਤਾ ਸੀ ਉਹ ਜਿਹੜੀ ਬੀਬੀ ਗੁਰਮੀਤ ਕੌਰ ਜਿਨ੍ਹਾਂ ਨੇ ਸਰ ਜਸਵੰਤ ਸਿੰਘ ਖਾਲੜਾ ਦੇ ਉੱਤੇ ਜਿਹੜੀ ਬੜੀ ਵੈਲ ਰਿਸਰਚ ਕਿਤਾਬ ਹੈ ਸਭ ਨੂੰ ਐਜ਼ ਅ ਟੋਕਨ ਵੀ ਉਹ ਦਿੱਤੀ ਗਈ ਸੋ ਮੈਂ ਇਸ ਲਈ ਵੀ ਇਸ ਪ੍ਰੋਗਰਾਮ ਦੇ ਇਨੀਸ਼ੀਅਲ ਹਿੱਸੇ 'ਚ ਹਾਲਾਂ ਪ੍ਰੋਗਰਾਮ ਸਾਡੇ ਚੱਲਿਆ ਹੋਇਆ ਹੈ ਮੈਂ ਰੈਕਗਨਾਈਜ਼ ਅੱਜ ਵੀ ਮੈਂ ਬੀਪੀ ਸਿਮਰਨੀਤ ਖੜੌਤ ਉਹਨਾਂ ਨੂੰ ਮੈਸੇਜ ਵੀ ਕੀਤਾ ਆਪਣੇ ਕਲਾਸ 'ਚ ਸਨ ਮੈਂ ਕਿਹਾ ਕਿ ਵੀ ਸਾਨੂੰ ਹੁਣ ਫਿਕਰ ਨਹੀਂ ਹੈ ਕਿ ਸਾਡੀ ਅਗਲੀ ਜਨਰੇਸ਼ਨ ਨੇ ਜਿਹੜਾ ਇਸ ਨੂੰ ਸੰਭਾਲ ਲਿਆ ਸਾਰੇ ਨੂੰ ਸੋ ਮੈਂ ਸਮਝਦਾ ਕਿ ਵੀ ਇਹ ਜੇ ਅਸੀਂ ਆਪਣੇ ਜਿਹੜੇ ਬੱਚੀਆਂ ਔਰ ਇਹ ਸੌਖਾ ਨਹੀਂ ਹੁੰਦਾ 3 ਮਹੀਨੇ ਦਾ ਲਗਭਗ ਐਫਰਟ ਹੋਏਗਾ ਕਿਉਂਕਿ ਜੂਨ ਮਹੀਨੇ 'ਚ ਜਦੋਂ US ਹਾਊਸ ਆਫ ਰਿਪਰੈਜ਼ੈਂਟੇਟਿਵਜ਼ ਅਰਦਾਸ ਹੋਈ ਉਹਦੇ 'ਚ ਵੀ ਇਹ ਦੋਵੇਂ ਭੈਣਾਂ ਲੌਬੀ ਲਈ ਗਈਆਂ ਹੋਈਆਂ ਸੀ ਉਦੋਂ ਤੋਂ ਇਹਨਾਂ ਨੇ ਪਲਾਨ ਕੀਤਾ ਆਰਟ ਵਰਕ ਬੜਾ ਜ਼ਬਰਦਸਤ ਹਰ ਪੱਖ ਤੋਂ ਹੀ ਔਰ ਮੈਨੂੰ ਫਖਰ ਮਹਿਸੂਸ ਹੋਇਆ ਮੈਂ ਕਿਹਾ ਕਿ ਭਾਈ ਅਸੀਂ ਹੁਣ ਬੇਫਿਕਰੀ ਨਾਲ ਜਿਹੜਾ ਉਹ ਆਪਣੀ ਅਖੀਰਲੀ ਜਰਨੀ ਵੱਲ ਜਾ ਸਕਦੇ ਹਾਂ ਕਿ ਆਲਰੇਡੀ ਜਿਹੜਾ ਹੈ ਔਰ ਬਹੁਤ ਵਾਰ ਹੁੰਦਾ ਹੈ ਕਿ ਜੀ ਲੰਬਾ ਵਕਤ ਤੋਂ ਚੱਲੇ ਇੱਧਰ ਬਹਿ ਗਏ ਉੱਧਰ ਬਹਿ ਗਏ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਰਾਬਰਟ ਫਰੋਸਟ ਨੂੰ ਕੋਟ ਕੀਤਾ ਮੈਂ ਕਿਹਾ ਨਹੀਂ ਅਸੀਂ ਥੱਕੇ ਨਹੀਂ ਹੈ ਅੱਕੇ ਨਹੀਂ ਹੈ ਬੈਠੇ ਨਹੀਂ ਹੈ ਮੈਂ ਕਿਹਾ ਰਾਬਰਟ ਫਰੋਸਟ ਦੀਆਂ ਇਹ ਲਾਈਨਾਂ ਮੈਨੂੰ ਹਮੇਸ਼ਾ ਇੰਸਪਾਇਰ ਕਰਦੀਆਂ ਨੇ The woods are lovely, dark and deep, but I have promises to keep and miles to go before I sleep. कि जंगल बड़ा घना है, छां बड़ी सोहनी है. The woods are lovely, dark and deep, but I have promises to keep. पर मेरे कोल सौण दा जां आराम नाल बहण दा वक्त नहीं है. मैं वो इकरार है शहीदां दे ढिले खून दा जिस नाल असीं अगे तुरना and miles to go before I sleep ਤੇ ਅਖੀਰਲੀ ਉਹ ਨੀਂਦ ਜਿਹੜੀ ਸਭ ਤੋਂ ਸੁਖਦਾਈ ਹੈ ਛੋਟੀ ਨੀਂਦ ਇੰਨੀ ਸੁਖਦਾਈ ਹੁੰਦੀ ਹੈ ਵੱਡੀ ਤਾਂ ਹੁੰਦੀ ਹੈ ਉਸ ਤੋਂ ਪਹਿਲਾਂ ਅਜੇ ਬਹੁਤ ਲੰਬਾ ਸਫ਼ਰ ਹੈ ਪਰ ਉਸ ਸਫ਼ਰ 'ਚ ਜਦੋਂ ਇਹ ਲੱਗੇ ਕਿ ਭਾਈ ਹੁਣ ਕਿੰਨੇ ਹਮਵਾਰ ਨੇ ਔਰ ਉਹ ਯੰਗਰ ਜਿਹੜੇ ਪੂਰੇ ਉਤਸ਼ਾਹ ਦੇ ਨਾਲ ਇਸ ਰਸਤੇ ਤੇ ਤੁਰੇ ਹੋਏ ਨੇ ਫਿਰ ਜਿਹੜੀ ਹੈ ਮੰਜ਼ਿਲ ਦੂਰ ਨਹੀਂ ਹੈ ਔਰ ਇਸੇ ਕੰਟੈਕਸਟ ਦੇ ਵਿੱਚ ਇੱਕ ਤਾਂ ਅਸੀਂ ਕੰਟੀਨਿਊਡ ਜਿਹੜੀ ਆਪਰੇਸ਼ਨ ਦਾ ਜ਼ਿਕਰ ਕੀਤਾ ਪਰ ਮੈਂ ਰੈਕਗਨਾਈਜ਼ ਕਰਨਾ ਚਾਹੁੰਦਾ ਵੀ ਆਸਟ੍ਰੇਲੀਆ 'ਚ ਕਿਉਂਕਿ ਹੁਣ ਆਸਟ੍ਰੇਲੀਆ ਦੇ ਜਿਹਨਾਂ ਸ਼ਹਿਰਾਂ 'ਚ ਮੈਂ ਗਿਆ ਮੈਨੂੰ ਆਪਣੇ ਹੀ ਘਰ ਵਾਂਗ ਲੱਗਦੇ ਨੇ ਔਰ ਮੈਨੂੰ ਲੱਗਦਾ ਵੀ ਉਹਨਾਂ ਦੇ ਐਫਰਟ ਨੂੰ ਰੈਕਗਨਾਈਜ਼ ਕਰਨਾ ਮੈਲਬਰਨ ਦੇ ਵਿੱਚ ਇਸ ਮੌਕੇ ਦੇ ਉੱਤੇ ਇੱਕ ਵਿਸ਼ੇਸ਼ ਰੈਲੀ ਸੀ ਔਰ ਉਸ ਰੈਲੀ ਦੇ ਵਿੱਚ ਜਿੱਥੇ ਗ੍ਰੀਨ ਪਾਰਟੀ ਦੀ ਸੈਨੇਟਰ ਸਟੈਫ ਹੌਟਗਿੰਸ ਜਿਹੜੇ ਹੈ ਉਹਨਾਂ ਨੇ ਸ਼ਮੂਲੀਅਤ ਕੀਤੀ ਔਰ ਉਹਨਾਂ ਨੇ ਟਵੀਟ ਵੀ ਕੀਤਾ ਕਿ ਟੁਡੇ ਵੀ ਕੇਮ ਟੂਗੈਦਰ ਟੂ ਰਿਮੈਂਬਰ ਵਿਕਟਮਸ ਆਫ ਐਨਫੋਰਸਡ ਡਿਸਅਪੀਅਰੈਂਸਿਸ ਐਂਡ ਆਨਰ ਦਾ ਕਰੇਜ ਆਫ ਹਿਊਮਨ ਰਾਈਟਸ ਡਿਫੈਂਡਰਸ ਕਿ ਵੀ ਅਸੀਂ ਇਕੱਠੇ ਹੋਏ ਹਾਂ ਜਿਹੜੀਆਂ ਐਨਫੋਰਸਡ
ਜ਼ਬਰੀ ਡਿਸਪੀਅਰ ਕਰ ਦਿੱਤਾ ਗਿਆ ਔਰ ਉਹਨਾਂ ਨੂੰ ਆਨਰ ਕਰਦੇ ਆ ਜਿਨ੍ਹਾਂ ਦਾ ਜਿਹੜੇ ਹੌਸਲੇ ਵਾਲੇ ਹਿਊਮਨ ਰਾਈਟਸ ਵਾਲਿਆਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ। Enforced disappearance silences individuals and spreads fear through entire communities। ਇਹ ਜਿਹੜਾ ਜਬਰੀ ਗਾਇਬ ਕਰ ਦੇਣਾ ਹੁੰਦਾ ਹੈ, ਇਹ ਇੱਕ ਫੀਅਰ ਫੈਕਟਰ ਕਮਿਊਨਿਟੀ 'ਚ ਪੈਦਾ ਕਰਨ ਲਈ ਹੁੰਦਾ ਹੈ। We must stand with diaspora communities in Australia and worldwide to protect their rights online and offline। ਕਿ ਅਸੀਂ diaspora communities ਆਸਟ੍ਰੇਲੀਆ 'ਚ ਹੋਣ, ਦੁਨੀਆ 'ਚ ਹੋਣ, ਅਸੀਂ ਉਹਨਾਂ ਦੇ ਨਾਲ ਖੜੀਏ ਜਿਹੜੇ ਇਹਨਾਂ ਹੱਕਾਂ ਦੇ ਲਈ ਜੂਝ ਰਹੇ ਨੇ। No border, no government and no technology should ever be a weapon against human rights। ਕਿਸੇ ਨੂੰ ਹੱਕ ਨਹੀਂ ਹੈ, ਕੋਈ ਹੱਦ, ਕੋਈ ਸਰਕਾਰ, ਕੋਈ ਟੈਕਨੋਲੋਜੀ ਕਿ ਉਹ ਮੁੱਢਲੇ ਹੱਕਾਂ ਨੂੰ ਜਿਹੜਾ ਹੈ ਉਹ ਖੋਏ। ਔਰ ਇਸ ਮੌਕੇ ਦੇ ਉੱਤੇ ਖਾਸ ਤੌਰ 'ਤੇ ਜਿਹੜਾ ਇੱਕ ਸਾਡੇ ਵੀਰ ਮਨਦੀਪ ਸਿੰਘ ਹੋਰਾਂ ਨੇ ਇਹ ਮੈਂਸ਼ਨ ਕੀਤਾ ਸੀ, ਪਰ ਮੈਂ ਜਦੋਂ ਉਸ ਮਿਊਰਲ ਨੂੰ ਔਰ ਜਿਹੜਾ ਉਸ ਮਿਊਰਲ ਨੂੰ ਇੱਕ ਉਹਨਾਂ ਦੀ ਯੰਗ ਆਰਟਿਸਟ ਜਿਹੜੀ ਵਾਈਟ ਆਸਟ੍ਰੇਲੀਅਨ ਹੈ ਬੀਬੀ ਬੈਥਨੀ, ਦਰਸ਼ਕ ਉਸ ਮਿਊਰਲ ਨੂੰ ਦੇਖ ਸਕਦੇ ਨੇ, ਜਿਹਨੇ ਬੜੀ ਮਿਹਨਤ ਨਾਲ ਸਟਰੀਟ ਆਰਟਿਸਟ ਹੈ, ਪਰ ਉਹਨੇ ਜਦੋਂ ਜਸਵੰਤ ਸਿੰਘ ਖਾਲੜਾ ਦੀ ਕਹਾਣੀ ਨੂੰ ਸੁਣਿਆ, ਦੇਖਿਆ, ਉਹਨਾਂ ਨੂੰ ਇਹ ਲੱਗਾ ਕਿ ਵੀ ਮੇਰਾ ਵੀ ਇੱਕ ਰੋਲ ਹੈ। ਔਰ ਉਹਨਾਂ ਨੇ ਜਿਵੇਂ ਉਹ ਮਿਊਰਲ ਕ੍ਰੀਏਟ ਕੀਤਾ ਉਸ ਰੈਲੀ ਮੌਕੇ ਵੀ, ਉਹ ਇੱਕ ਵਿਸ਼ੇਸ਼ ਅਟਰੈਕਸ਼ਨ ਸੀ। ਔਰ ਸਾਡੇ ਵੀਰ ਹਰਕੀਰਤ ਸਿੰਘ ਹੋਰਾਂ ਨੇ ਵੀ ਜਿਹੜਾ ਇਸ ਮੌਕੇ ਦੇ ਉੱਤੇ ਜਿਹੜੀ ਰਿਲੀਜ਼ ਦਿੱਤੀ ਹੈ, ਮੇਰੇ ਤੱਕ ਪਹੁੰਚੀ ਹੈ, ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਹਿਸਟੋਰਿਕ ਮਿਊਰਲ ਆਫ ਜਸਵੰਤ ਸਿੰਘ ਖਾਲੜਾ ਅਨਵੇਲਡ ਇਨ ਮੈਲਬਰਨਸ ਹੌਜ਼ੀਅਰ ਲੇਨ। ਉਸ ਦੇ ਵਿੱਚ ਹੋਇਆ ਸਿੱਖ ਕਮਿਊਨਿਟੀ in collaboration with the renowned street artist, Bethany, is proud to announce the unveiling of powerful new mural in iconic Hosier Lane। Iconic ਥਾਂ ਦੇ ਉੱਤੇ ਇਹ ਜਿਹੜਾ ਹੈ ਇਹ ਅਨਵੇਲ ਕੀਤਾ ਗਿਆ। This striking artwork commemorates the life and legacy of Jaswant Singh Khalda, a human rights activist who dedicated his life to uncovering the truth about disappearances in Punjab। ਕਿ ਭਾਈ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਲਾਵਾਰਸ ਜਿਨ੍ਹਾਂ ਨੂੰ ਬਣਾ ਦਿੱਤਾ ਸੀ, ਉਸ ਸੱਚਾਈ ਨੂੰ ਬਾਹਰ ਲਿਆਉਣ ਦੇ ਲਈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਕੁਰਬਾਨ ਕੀਤੀ। The mural, a vibrant and thought-provoking piece, serves as a reminder of Khalra's courage and sacrifice। ਔਰ ਦਰਸ਼ਕ ਸਕਰੀਨ ਤੇ ਲਗਾਤਾਰਤਾ ਨਾਲ ਉਸ ਮਿਊਰਲ ਨੂੰ ਦੇਖ ਸਕਦੇ ਨੇ ਕਿ ਭਾਈ ਇਹ ਜਿਹੜੀ ਹੈ ਖਾਲੜਾ ਸਾਹਿਬ ਦੇ ਕਰੇਜ ਔਰ ਕੁਰਬਾਨੀ ਦਾ ਸੂਚਕ ਹੈ। ਇਟ ਇਜ਼ ਟੈਸਟਾਮੈਂਟ ਟੂ ਦਾ ਐਂਡਿਊਰਿੰਗ ਸਪਿਰਿਟ ਆਫ ਸਿੱਖ ਕਮਿਊਨਿਟੀ ਐਂਡ ਇਟਸ ਕਮਿਟਮੈਂਟ ਟੂ ਸੋਸ਼ਲ ਜਸਟਿਸ। ਕਿ ਹਿਊਮਨ ਰਾਈਟਸ ਔਰ ਸਮਾਜਿਕ ਨਿਆਂ ਲਈ ਜਿਹੜੀ ਸਿੱਖ ਕੌਮ ਦੀ ਕਮਿਟਮੈਂਟ ਹੈ, ਉਸ ਦਾ ਇਹ ਜਿਉਂਦਾ ਜਾਗਦਾ ਸਬੂਤ ਹੈ। ਔਰ ਇਸ ਦੇ ਉੱਤੇ ਜਿਹੜੀ ਗੁਰਦੁਆਰਾ ਕੌਂਸਲ ਵਿਕਟੋਰੀਆ ਦੇ ਸਰ ਪ੍ਰੀਤਮ ਸਿੰਘ ਜਿਹੜੇ ਸਪੋਕਸਪਰਸਨ ਨੇ ਗੁਰਦੁਆਰਾ ਕੌਂਸਲ ਦੇ, ਉਹਨਾਂ ਨੇ ਕਿਹਾ This mural is more than just art. It's a symbol of hope and call to the action। सिर्फ एक आर्ट का डिस्प्ले नहीं है, एक होप का चिन्ह है और ये भी प्रेरणा है कि भाई एक्ट करो। We hope it will inspire conversations about human rights and encourage people to stand up for what is right। कि ठीक गल दे लई खलोण दा ਇਨਸਾਨਾਂ ਨੂੰ ਇਹ ਹੌਸਲਾ ਦੇਗਾ। ਬੈਥਨੀ, the artist behind the mural, expressed her honor at being part of this important project। ਉਹਨੇ ਬੈਥਨੀ ਨੇ ਕਿਹਾ ਜਸਵੰਤ ਸਿੰਘ ਖਾਲੜਾ ਸਟੋਰੀ is one that needs to be told। ਉਹਨੇ ਕਿਹਾ ਇਹ ਕਹਾਣੀ ਹੈ ਜਿਹੜੀ ਦੱਸੇ ਜਾਣ ਦੇ ਜਿਹੜਾ ਉਹ ਕਾਬਲ ਹੈ। she said, I hope this mural will bring his message to a wider audience। ਵੱਡੀ ਭੀੜ ਤੱਕ, ਵੱਡੇ ਲੋਕਾਂ ਤੱਕ ਇਹ ਗੱਲ ਪਹੁੰਚੇਗੀ। ਔਰ ਇਹ 30th ਐਨੀਵਰਸਰੀ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਡਿਸਐਪੀਅਰੈਂਸਿਸ ਦੀ ਉਸ ਮੌਕੇ ਦੇ ਉੱਤੇ ਹੌਜ਼ੀਅਰ ਲੇਨ ਦੀ ਜਿਹੜੀ ਵਾਈਬਰੈਂਟ ਸਟਰੀਟ ਆਰਟ ਸੀਨ ਹੈ ਉਸ ਦੇ ਉੱਤੇ ਕੀਤਾ ਗਿਆ। ਔਰ ਇਸ ਦੇ ਉੱਤੇ ਹੀ ਸਾਡੇ ਵੀਰ ਜਤਿੰਦਰ ਸਿੰਘ ਸਿਡਨੀ ਤੋਂ ਉਹਨਾਂ ਨੇ ਬੈਥਨੀ ਦਾ ਸ਼ੁਕਰੀਆ ਅਦਾ ਕਰਦੇ ਆ ਵਿਦ ਗ੍ਰੈਟੀਟਿਊਡ ਉਹਨਾਂ ਨੇ ਸਾਨੂੰ ਲਿਖਿਆ। ਉਹਨਾਂ ਨੇ ਕਿਹਾ ਕਿ ਔਨ ਬਿਹਾਫ ਆਫ ਸਿੱਖ ਕਮਿਊਨਿਟੀ I would like to sincerely thank you, Bethany, for painting the portrait of Jaswant Singh Khalda during the recent march in Melbourne held in remembrance of victims of enforced disappearances in Punjab
ਡਿਊਰਿੰਗ ਦਾ 1980s ਐਂਡ 1990s ਜਿਹੜਾ ਮਾਰਚ ਸੀ ਉਹ ਜਿਨ੍ਹਾਂ ਨੂੰ ਅਣਪਛਾਤੀਆਂ ਗਾਇਬ ਕੀਤੇ ਗਏ ਪੂਰੇ ਦਹਾਕਿਆਂ ਦੇ ਦੌਰਾਨ 80ਵੇਂ ਨਾਲ ਉਹਨਾਂ ਦੀ ਯਾਦ ਨੂੰ ਸਮਰਪਿਤ ਸੀ। ਅੱਛਾ। Your art beautifully honored the courage and sacrifice of Jaswant Singh Khalda, who exposed the truth about thousands of Sikhs who were extrajudicially killed, cremated in secret, and denied even the dignity of being returned to their families. For speaking this truth, he himself was made to disappear, paying with his life for the right he brought to the world. ਇਹ ਉਹਨਾਂ ਨੇ ਖਾਲੜਾ ਸਾਹਿਬ ਨੂੰ ਵੀ ਟ੍ਰਿਬਿਊਟ ਦਿੱਤੀ ਹੈ ਕਿ ਵੀ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਉਸ ਜਸਵੰਤ ਸਿੰਘ ਖਾਲੜਾ ਦੀ ਖੂਬਸੂਰਤ ਮਿਊਰਲ ਬਣਾਈ ਹੈ ਜਿਨ੍ਹਾਂ ਨੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੇ ਖਿਲਾਫ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਦੇ ਲਈ ਸੱਚਾਈ ਦੇ ਰਸਤੇ ਤੇ ਤੁਰਦਿਆਂ ਖੁਦ ਇੱਕ ਅਣਪਛਾਤੀ ਲਾਸ਼ ਬਣੇ। ਬਿਲਕੁਲ। ਉਹਨਾਂ ਕਹਿੰਦਾ ਸਟੋਰੀ ਹੀ ਰਿਵੀਲਡ was not only of death but of unimaginable cruelty. किस किस्म दा जुल्म सी। Young and old, men and women were tortured, beaten to death, burnt with hot irons pressed against their skin, their dignity stripped away. ਕਿਵੇਂ ਉਹਨਾਂ ਨੂੰ ਜੋ ਜੋ ਤਰੀਕੇ ਟਾਰਚਰ ਦੇ ਨੇ ਉਹਨਾਂ ਨੇ ਬਿਆਨ ਕੀਤੇ ਨੇ। Yet perhaps the greatest cruelty was the silence. ਚੁੱਪ ਕਰਾ ਦੇਣਾ। Families never being told the fate of their loved ones. Parents left waiting at the doors for decades, still with tears in their eyes, hoping one day they might return. ਮਾਪਿਓ ਉਡੀਕਦੇ ਕਿ ਇਹਨਾਂ ਦਾ ਕਈ ਸਾਲ ਭੋਗ ਨਹੀਂ ਪਾਇਆ ਕਿ ਪਤਾ ਨਹੀਂ ਕਿਤੇ ਰੱਖਿਆ ਹੋਏ, ਕਿਤੇ ਗੁਪਤ ਥਾਂ ਤੇ, ਕਿਤੇ ਪੇਸ਼ ਕਰ ਦੇਣ ਉਹਨਾਂ ਨੂੰ, ਕਿਤੇ ਆ ਜਾਣ। ਈਵਨ ਜਸਵੰਤ ਸਿੰਘ ਖਾਲੜਾ ਹੋਰਾਂ ਦਾ ਭੋਗ ਵੀ 2 ਸਾਲ ਬਾਅਦ ਪਾਇਆ। ਉਹਨਾਂ ਨੂੰ ਵੀ ਹੋਪ ਸੀ ਕਿ ਕਿਤੇ ਰੱਖ ਕੇ ਟਾਰਚਰ ਕਰ ਰਹੇ ਨੇ, ਇੰਨਾ ਟਾਰਚਰ ਕੀਤਾ ਹੈ ਕਿ ਵੀ ਉਹ ਸਾਹਮਣੇ ਉਹਨਾਂ ਨੂੰ ਅਜੇ ਰਿਕਵਰ ਹੋਣਾ ਹੈ। ਇਹ ਤਾਂ ਜਿਹੜਾ ਇਸ ਕਿਸਮ ਦੇ ਹਜ਼ਾਰਾਂ, ਔਰ ਇਹ ਗੱਲ ਈਵਨ ਜਸਵੰਤ ਸਿੰਘ ਖਾਲੜਾ ਜੀ ਨੇ ਆਪਣੀ ਉਹ ਸਪੀਚ ਜੂਨ 1995 ਚ ਕਹੀ ਸੀ ਕਿ ਭਾਈ ਮੈਂ ਕਿਉਂ ਇਸ ਰਸਤੇ ਤੁਰਿਆ। ਵੀ ਜਦੋਂ ਆ ਕੇ ਜਿਨ੍ਹਾਂ ਦੇ ਘਰੋਂ ਬੱਚੇ ਚੁੱਕੇ ਸੀ ਉਹਨਾਂ ਦੇ ਮਾਪਿਓ ਕਹਿੰਦੇ ਸੀ ਕਿ ਸਾਨੂੰ ਇਹ ਤਾਂ ਪਤਾ ਲੱਗੇ ਉਹ ਹੈ ਵੀ ਨੇ ਇਸ ਦੁਨੀਆ 'ਚ ਕਿ ਨਹੀਂ, ਤਾਂ ਕਿ ਅਸੀਂ ਉਹਨਾਂ ਦਾ ਭੋਗ ਪਾ ਸਕੀਏ, ਉਹਨਾਂ ਦੀ ਅਰਦਾਸ ਕਰ ਸਕੀਏ। ਥਰੂ ਯੂਰ ਪੇਂਟਿੰਗ ਯੂ ਹੈਵ ਬ੍ਰੌਟ ਦਾ ਟਰੂਥ ਅਲਾਈਵ ਵਨਸ ਮੋਰ। ਉਹਨਾਂ ਨੇ ਬੈਤਰੀਨ ਨੂੰ ਕਿਹਾ ਜਤਿੰਦਰ ਸਿੰਘ ਹੋਰਾਂ ਨੇ ਕਿ ਤੁਸੀਂ ਆਪਣੀ ਪੇਂਟਿੰਗ ਰਾਹੀਂ ਇੱਕ ਵਾਰ ਫੇਰ ਸੱਚ ਨੂੰ ਜ਼ਿੰਦਾ ਕੀਤਾ। ਯੂ ਹੈਵ ਗਿਵਨ ਵੌਇਸ ਟੂ ਦਾ ਸਾਇਲੈਂਸਡ, ਰਿਮਾਈਂਡਿੰਗ ਦਾ ਵਰਲਡ ਦੈਟ ਜਸਵੰਤ ਸਿੰਘ ਖਾਲੜਾ may have been killed but his spirit lives on. ਤੁਸੀਂ ਆਪਣੇ ਕੰਮ ਨਾਲ ਇਹ ਦੱਸ ਦਿੱਤਾ ਹੈ ਕਿ ਭਾਵੇਂ ਖਾਲੜਾ ਚਲੇ ਗਏ ਪਰ ਉਹਨਾਂ ਦਾ ਕੰਮ, ਉਹਨਾਂ ਦੀ ਸਪਿਰਿਟ ਅੱਜ ਵੀ ਜ਼ਿੰਦਾ ਹੈ। His challenge to injustice will only grow louder as time passes and your art has become a part of that echo. ਕਿ ਉਹਨਾਂ ਦਾ ਜਿਹੜਾ ਇਨਜਸਟਿਸ ਨੂੰ ਚੈਲੰਜ ਸੀ, ਜਿਉਂ-ਜਿਉਂ ਵਕਤ ਬੀਤੇਗਾ ਉਹ ਉਹਨਾਂ ਦਾ ਕੱਦ ਵੀ ਵੱਡਾ ਹੋਏਗਾ ਔਰ ਇਹ ਚੈਲੰਜ ਬਰਾਬਰ ਬਣਿਆ ਰਹੇਗਾ। ਔਰ ਇਹ ਜਿਹੜਾ ਇਸ ਸਾਰੇ ਨੂੰ ਵਧਾਉਣ ਜਿਹੜਾ ਤੁਹਾਡਾ ਆਰਟ ਹੈ ਬੈਥਨੀ, ਇਹ ਵੀ ਬਰਾਬਰ ਉਸ ਦੇ ਵਿੱਚ ਇੱਕ ਆਵਾਜ਼ ਬਣ ਕੇ ਗੂੰਜੇਗਾ, ਇੱਕ ਐਕੋ ਹੋਏਗਾ। Though you were born in Australia, your act of solidarity has made you a daughter of millions of Sikhs around the world. ਕਿ ਭਾਵੇਂ ਤੁਸੀਂ ਆਸਟ੍ਰੇਲੀਆ 'ਚ ਪੈਦਾ ਹੋਏ ਪਰ ਜਿਵੇਂ ਤੁਸੀਂ ਇਹ ਜੋ ਕੰਮ ਕੀਤਾ ਇਹਨੇ ਤੁਹਾਨੂੰ ਲੱਖਾਂ ਕਰੋੜਾਂ ਸਿੱਖਾਂ ਦੀ ਧੀ ਬਣਾਇਆ। Many may never meet you, but you will remain in their prayers, for you carried their pain, their memory and their hope onto the canvas. ਕਿ ਬੇਸ਼ੱਕ ਬਹੁਤ ਸਾਰੇ ਤੁਹਾਨੂੰ ਕਦੇ ਵੀ ਨਹੀਂ ਮਿਲਣਗੇ ਪਰ ਤੁਸੀਂ ਹਮੇਸ਼ਾ ਸਾਡੀਆਂ ਅਰਦਾਸਾਂ 'ਚ ਰਹੋਗੇ ਕਿਉਂਕਿ ਤੁਸੀਂ ਕੌਮ ਦੇ ਦਰਦ ਨੂੰ, ਉਸ ਯਾਦਾਸ਼ਤ ਨੂੰ ਕੈਨਵਸ ਦੇ ਉੱਤੇ ਲਿਆ ਕੇ ਪੇਸ਼ ਕਰ ਦਿੱਤਾ ਹੈ ਵਿਦ ਡੀਪੈਸਟ ਗ੍ਰੈਟੀਟਿਊਡ। ਸੋ ਮੈਨੂੰ ਇਹ ਲੱਗਦਾ ਸੀ ਕਿ ਵੀ ਇਹ ਬੇਸ਼ੱਕ ਥੋੜਾ ਇਹ ਲੰਬਾ ਹੋ ਜਾਂਦਾ ਹੈ ਸੈਗਮੈਂਟ, ਪਰ ਇਹ ਜ਼ਰੂਰੀ ਸੀ ਕਿ ਅਸੀਂ ਬੈਥਨੀ, ਔਰ ਇਹੀ ਹੈ ਕਿਉਂਕਿ ਜਦੋਂ ਮਾਰਟਨ ਲੂਥਰ ਕਿੰਗ ਦੇ ਲਫ਼ਜ਼ ਮੈਂ ਆਪਣੀਆਂ ਪ੍ਰੈਜੈਂਟੇਸ਼ਨਸ ਕਹਿੰਦਾ ਕਿ ਇਨਜਸਟਿਸ ਐਨੀਵੇਅਰ is the threat to justice everywhere. ਬਿਲਕੁਲ। ਕਿ ਜਦੋਂ ਤੱਕ ਦੁਨੀਆ ਦੇ ਵਿੱਚ ਕਿਤੇ ਵੀ ਅਨਿਆਂ ਹੈ ਉਹਦਾ ਸਮਝੋ ਕਿ ਜਿਹੜਾ ਜਸਟਿਸ ਹੈ, ਨਿਆਂ ਹੈ, ਉਹਨੂੰ ਹਰ ਥਾਂ ਹੀ ਥ੍ਰੈਟ ਹੈ, ਧਮਕੀ ਹੈ। ਔਰ ਅਸੀਂ ਜਿੱਥੇ ਅਗੇਨ
ਅੱਜ ਦਾ ਪ੍ਰੋਗਰਾਮ ਵੀ ਸਰ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਉੱਥੇ ਅਸੀਂ ਸਮਝਦੇ ਹਾਂ ਕਿ ਉਹਨਾਂ ਵੱਲੋਂ ਆਪਣੀ ਕੁਰਬਾਨੀ ਦੇ ਕੇ ਜਿਹੜੇ ਸੱਚ ਨੂੰ ਸਾਹਮਣੇ ਲਿਆਂਦਾ ਗਿਆ ਸੀ, ਅੱਜ 30 ਵਰ੍ਹਿਆਂ ਬਾਅਦ ਉਹ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਜਿਹੜਾ ਉਹਨਾਂ ਨੇ ਦੀਵਾ ਜਗਾਇਆ, ਅੱਜ ਉਹ ਤਾਂ ਲੱਟ-ਲੱਟ ਬਲ ਹੀ ਰਿਹਾ, ਪਰ ਦੁਨੀਆ ਸਟੇਟ ਦਾ ਉਹੀ ਰੁਖ ਹੈ। 30 ਸਾਲ ਬਾਅਦ ਉਹੀ ਆਪਰੇਸ਼ਨ, ਉਹੀ ਸਿਸਟਮੈਟਿਕ ਕੰਟੀਨਿਊਟੀ, ਅੱਡ-ਅੱਡ ਤੌਰ ਤਰੀਕੇ ਸਿੱਖ ਕੌਮ ਦੇ ਖਿਲਾਫ ਇਸ ਟੋਟਲ ਵਾਰ 'ਚ ਲੌਕ ਸਟਾਕ ਐਂਡ ਬੈਰਲ ਸਿੱਖਾਂ ਨੂੰ ਡਿਸਟਰੋਏ ਕਰਨ ਦੇ। ਪਰ ਅੱਜ ਉਹਨਾਂ ਦੇ ਜ਼ੁਲਮਾਂ ਦੀ ਕਹਾਣੀ ਨੂੰ ਵੀ ਇੰਡੀਅਨ ਸਟੇਟ ਦੇ ਸਿੱਖਾਂ ਨੇ ਦੁਨੀਆ ਦੇ ਸਾਹਮਣੇ ਨੰਗਿਆ ਕੀਤਾ ਹੋਇਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਤੇ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।